ਮੋਗਾ ਦੇ ਨਗਰ ਨਿਗਮ ਦੀਆਂ ਫਰਵਰੀ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਕਰੀਬ 4 ਮਹੀਨੇ ਹੋ ਗਏ ਹਨ ਤੇ ਉਸ ਵੇਲੇ FDCC ਕਮੇਟੀ ਦੇ ਮੈਂਬਰਾਂ ਨੂੰ ਚੁਣਿਆ ਗਿਆ ਸੀ, ਪਰ ਨਗਰ ਨਿਗਮ ਦੇ ਕੌਂਸਲਰਾਂ ਨੇ ਅਧਿਕਾਰੀਆਂ ਦੇ ਵੱਲੋਂ ਕੋਈ ਮਾਨਤਾ ਨਹੀਂ ਦਿੱਤੀ ਜਾ ਰਹੀ ਅਤੇ ਨਹੀਂ ਹੁਣ ਤੱਕ ਤਾਂ ਕੋਈ ਹਾਊਸ ਦੀ ਮੀਟਿੰਗ ਹੋਈ। ਉੱਥੇ ਹੀ ਮੌਕੇ ਬਰਜਿੰਦਰ ਸਿੰਘ ਬਰਾੜ ਅਤੇ ਸਾਬਕਾ ਮੇਅਰ ਅਕਸਜੀਤ ਜੈਨ ਨੇ ਆਰੋਪ ਲਗਾਇਆ ਕਿ ਜੋ FDCC ਦੇ ਮੈਂਬਰਾਂ ਦੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਬਿਲਕੁਲ ਗਲਤ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪੱਤਰਕਾਰ ਦਲੀਪ ਕੁਮਾਰ ਦੀ ਰਿਪੋਰਟ। ਅੱਜ ਬੇਨਤੀ ਹੈ ਵੀ ਸਾਡੇ ਸਾਰੇ ਹੀ ਪ੍ਰੈਸ ਦੇ ਨੁਮਾਇੰਦਿਆਂ ਨੂੰ ਬੇਨਤੀ ਤਾਂ ਹੀ ਕੀਤੀ ਗਈ ਹੈ ਕਿ ਸਾਡੇ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬਾਨ ਇੱਥੇ ਬਿਰਾਜਮਾਨ ਨੇ ਔਰ ਨਾਲ ਸਾਡੇ ਜਿਹੜੇ ਮੌਜੂਦਾ ਕਾਉਂਸਲਰ ਨੇ ਤਕਰੀਬਨ 15 ਦੇ ਕਰੀਬ ਸਾਡੇ ਕਾਉਂਸਲਰ ਹੈ ਜਿਹੜੇ ਇੱਥੋਂ ਜਿੱਤੇ ਆ ਸ਼੍ਰੋਮਣੀ ਅਕਾਲੀ ਦਲ ਦੇ। ਔਰ ਸਾਡੀ ਅੱਜ ਇਹੀ ਬੇਨਤੀ ਹੈ ਵੀ ਜਿਹੜਾ ਇੱਕ ਪਿਛਲੀ ਦਿਨਾਂ 'ਚ ਏਜੰਡਾ ਕੱਢਿਆ ਗਿਆ ਸੀ ਮੇਅਰ ਡਿਪਟੀ ਮੇਅਰ ਅਤੇ ਤੀਜੀ ਪੋਸਟ ਬਣਾਉਣ ਵਾਸਤੇ ਤੇ ਸਹੁੰ ਚੁਕਾਉਣ ਵਾਸਤੇ, ਉਹ ਸਿਰਫ ਉਨਾ ਹੀ ਏਜੰਡਾ ਸੀ। ਕਮਿਸ਼ਨਰ ਸਾਹਿਬ ਨੇ ਇਹ ਆਪਦੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ, ਜਿਹੜੇ ਕਿ ਫਿਰੋਜ਼ਪੁਰ ਤੋਂ ਸਪੈਸ਼ਲ ਇੱਥੇ ਡਿਊਟੀ ਲੱਗੀ ਸੀ ਪੰਜਾਬ ਸਰਕਾਰ ਵੱਲੋਂ। ਉਹਨਾਂ ਨੇ ਆਪਦੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਜਿਹੜਾ ਕਿ ਏਜੰਡੇ 'ਚ ਆਈਟਮ ਨਹੀਂ ਉਹ FNCC ਦੀ ਕਮੇਟੀ ਦੀ ਚੋਣ ਵੀ ਕਰ ਗਏ। ਔਰ ਅੱਜ FNCC ਹਾਊਸ ਦੀ ਮੀਟਿੰਗ ਤੋਂ ਬਗੈਰ, ਪੁਸ਼ਟੀ ਹੋਣ ਤੋਂ ਬਿਨਾਂ, ਨਵੀਂ ਚੋਣ ਹੋਣ ਤੋਂ ਬਿਨਾਂ ਕਿ ਜਿਹੜੇ ਹਾਊਸ ਕੋਲ ਅਧਿਕਾਰ ਆ ਹਾਊਸ ਨੇ ਹੀ FNCC ਚੁਣਨੀ ਹੁੰਦੀ, ਜਦੋਂ ਪਹਿਲੀ ਮੀਟਿੰਗ ਜਾਂ ਦੂਜੀ ਮੀਟਿੰਗ ਕਰਦੇ ਆ ਉਹ ਪ੍ਰੋਸੈਸ ਹੋਣ ਤੋਂ ਬਿਨਾਂ ਕੋਈ ਮੀਟਿੰਗ ਹਜੇ ਨਹੀਂ ਸੱਦੀ ਹਾਊਸ ਦੀ। FNCC ਵੱਡੇ ਵੱਡੇ ਫੈਸਲੇ ਲਈ ਜਾਂਦੀ ਹੈ। ਅਸੀਂ ਬੇਨਤੀ ਕਰਦੇ ਹਾਂ ਵੀ ਸ਼ਹਿਰ ਦਾ ਕੰਮ ਪ੍ਰਭਾਵਿਤ ਨਾ ਹੋਵੇ ਆਉਣ ਵਾਲੇ ਦਿਨਾਂ ਵਿੱਚ ਡਿਵੈਲਪਮੈਂਟ ਦਾ, ਇਹ FNCC ਦੀ ਦੂਰੀਵਾਰ ਚੋਣ ਕੀਤੀ ਜਾਵੇ ਔਰ ਪ੍ਰੋਸੈਸ ਨੂੰ ਇਹ ਠੀਕ ਕੀਤਾ ਜਾਵੇ। ਕੱਲ੍ਹ ਨੂੰ ਜੇ ਕਿਤੇ ਹੋਰ ਅਰਜੀ ਪੱਤਰ ਕਿਸੇ ਦਾ ਕਿਤੇ ਜਾਂਦਾ ਤਾਂ ਇਹ ਸਾਡੇ ਸ਼ਹਿਰ ਦੇ ਜਿਹੜੇ ਕੰਮ ਹੈ ਡਿਵੈਲਪਮੈਂਟ ਦੇ ਉਹ ਪ੍ਰਭਾਵਿਤ ਹੋ ਸਕਦੇ ਆ। ਇਹ ਸਰਕਾਰ ਜਾਂ ਅਫਸਰ ਜਿਹੜੀ ਬਦਨੀਤ ਨਾਲ ਇੱਥੇ ਚੋਣ ਕਰਕੇ ਗਏ ਆ ਉਹਨਾਂ ਨੂੰ ਚਾਹੀਦਾ ਕਿ ਕਾਨੂੰਨੀ ਲੀਗਲ ਪ੍ਰੋਸੈਸ ਦੇ ਨਾਲ ਇਹ ਚੋਣ ਕਰਨ। FNCC ਕਰੋੜਾਂ ਰੁਪਏ ਦਾ ਇੱਥੇ ਬਜਟ ਜਦੋਂ ਪਾਸ ਕਰਨ ਬੈਠਦੀ ਹੈ ਜਿਹਦੇ ਕੋਲ ਕਾਨੂੰਨੀ ਮਾਨਤਾ ਹੀ ਹੈ ਨਹੀਂ, ਤੇ ਅਸੀਂ ਪਤਾ ਨਹੀਂ ਇਹਨਾਂ ਵਿੱਚ ਜਾਂ ਤਾਂ ਸਤਿਕਾਰਯੋਗ MLA ਸਾਹਿਬ ਦੀ ਨਲਾਇਕੀ ਸਮਝਦੇ ਹਾਂ ਜਾਂ ਸਰਕਾਰ ਦੀ ਤੇ ਜਾਂ ਕਮਿਸ਼ਨਰ ਦੀ, ਕਿ ਜਿਨ੍ਹਾਂ ਨੇ ਨਾ ਤਾਂ ਏਜੰਡਾ ਪੜ੍ਹਿਆ ਤੇ ਨਾ ਏਜੰਡੇ ਤੇ ਅਮਲ ਕੀਤਾ ਤੇ ਨਾ ਹੀ ਉਹਨਾਂ ਨੂੰ ਪ੍ਰੋਸੈਸ ਪਤਾ ਵੀ ਜਿਹੜਾ ਮਿਊਨਿਸਪਲ ਜਿਹੜਾ ਕਾਰਪੋਰੇਸ਼ਨ ਦਾ ਐਕਟ ਹੈ ਤੇ ਉਹਦੇ ਵਿੱਚ ਕੀ ਹਦਾਇਤਾਂ ਨੇ, ਹਾਊਸ ਦੀਆਂ ਕੀ ਪਾਵਰਾਂ ਨੇ, ਸਬ ਕਮੇਟੀ ਦੀ ਕੀ ਪਾਵਰ ਹੈ। ਹਾਊਸ ਪਹਿਲਾਂ ਬਣਦਾ, ਸਬ ਕਮੇਟੀ ਬਾਅਦ 'ਚ ਬਣਦੀ ਹੈ। ਇੱਥੇ ਸਬ ਕਮੇਟੀ ਪਹਿਲਾਂ ਬਣਾਤੀ, ਹਾਊਸ ਦੀ ਮੀਟਿੰਗ ਅਜੇ ਹੋਈ ਕੋਈ ਨਹੀਂ। ਹਾਊਸ ਸਭ ਤੋਂ ਉੱਪਰ ਹੈ ਔਰ ਹਾਊਸ ਹੀ ਸਾਰੇ ਫੈਸਲੇ ਲੈਂਦਾ ਔਰ ਹਾਊਸ ਹੀ ਸਬ ਕਮੇਟੀਆਂ ਬਣਾਉਂਦਾ। ਸੋ ਹਾਊਸ ਦੀ ਤਾਂ ਕੋਈ ਮੀਟਿੰਗ ਹੀ ਨਹੀਂ ਸੱਦੀ ਔਰ 1.5 ਸਾਲ ਤੋਂ ਲੰਬੇ ਖਰਚੇ ਪਾ ਕੇ ਅਫਸਰਾਂ ਨੇ ਆਪਦਾ ਖਾਨਾ ਪੂਰਤੀ ਕਰੀ ਜਾਂਦੇ। ਕਰੋੜਾਂ ਰੁਪਏ ਦੀਆਂ ਚਾਹ ਪਾਣੀ ਪੀ ਲਈਆਂ ਇਹਨਾਂ ਨੇ 1.5 ਕਰੋੜ 'ਚ, ਪਰ ਕੋਈ ਵੀ ਹਾਊਸ ਦੀ ਮੀਟਿੰਗ, ਅੱਜ ਹਾਊਸ ਬਣੇ ਨੂੰ ਵੀ 4-5 ਮਹੀਨੇ ਹੋ ਚੱਲੇ ਔਰ ਇਸ ਹਾਊਸ ਦੀ ਮੀਟਿੰਗ ਦੀ ਕੋਈ ਵੀ ਅਜੇ ਤਾਈਂ ਕਾਲ ਕਿਸੇ MC ਨੂੰ ਨਹੀਂ ਆਈ, ਕੋਈ ਏਜੰਡਾ ਨਹੀਂ ਆਇਆ, ਕੋਈ ਮੀਟਿੰਗ ਨਹੀਂ ਸੱਦੀ ਗਈ, ਕੋਈ ਡਿਵੈਲਪਮੈਂਟ ਦਾ ਕੰਮ ਡਿਸਕਸ ਨਹੀਂ ਹੋਇਆਗਾ। ਔਰ ਜਿੱਥੇ ਇਹ ਫੈਸਲੇ ਲੈ ਰਿਹਾ FNCC ਕਮੇਟੀ ਦੇ, ਇਹਨਾਂ ਕੋਲ ਅਧਿਕਾਰ ਹੀ ਹੈ ਨਹੀਂ ਲੀਗਲੀ, ਇਹ ਲੀਗਲੀ ਚੁਣੀ ਹੋਈ ਕਮੇਟੀ ਨਹੀਂ ਹੈ। ਸੋ ਮੈਂ FNCC ਦੇ ਮੈਂਬਰਾਂ ਨੂੰ ਬੇਨਤੀ ਕਰੂੰਗਾ ਵੀ ਤੁਹਾਨੂੰ ਵੀ ਗਮਰਾਹ ਕੀਤਾ ਜਾ ਰਿਹਾ, ਤੁਹਾਡੇ ਹੱਥ ਵਢਾਏ ਜਾ ਰਹੇ ਆ, ਜਿਹੜੇ ਤੁਸੀਂ ਸਾਈਨ ਕਰ ਰਹੇ ਹੋ ਇਹ ਇਲੀਗਲ ਪ੍ਰੋਸੈਸ ਹੈ, ਇਹਨੂੰ ਪਲੀਜ਼ ਠੀਕ ਕਰੋ। ਪ੍ਰੋਸੈਸ ਨੂੰ ਠੀਕ ਕਰਕੇ ਫਿਰ ਤੁਸੀਂ ਜਿਹੜੇ ਆਉਣ ਵਾਲੇ ਦਿਨਾਂ ਦੇ ਕੰਮ ਪਾਸ ਕਰੋ। ਜਿਵੇਂ ਕਿਹਾ 2 ਕਰੋੜ ਰੁਪਏ ਦੀ ਚਾਹ ਦਾ ਖਰਚਾ ਪਾਇਆ ਗਿਆ ਹੈ, ਕਿੰਨਾ ਕੁ ਜਾਇਜ਼ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਹੈਰਾਨ ਹੋਵੋਗੇ ਜਦੋਂ ਹਾਊਸ ਹੀ ਹੈ ਨਹੀਂ, ਹਾਊਸ ਭੰਗ ਹੋ ਚੁੱਕਿਆ, ਉਹਦਾ ਟਾਈਮ ਪੂਰਾ ਕਰ ਚੁੱਕਿਆ 5 ਸਾਲ ਦਾ। ਉਹਦੇ ਬਾਅਦ ਅੱਜ 1.5 ਸਾਲ ਵਿੱਚ ਚਾਹ ਪਾਣੀ ਦਾ ਸਟੇਸ਼ਨਰੀ ਦਾ 2 ਕਰੋੜ ਦਾ ਖਰਚ ਕਾਹਦੇ ਤੇ ਹੋ ਗਿਆ, ਜਦ ਪਬਲਿਕ ਹੀ ਨਹੀਂ ਉੱਥੇ ਜਾ ਰਹੀ, ਜਦ ਹਾਊਸ ਨਹੀਂ ਚੱਲ ਰਿਹਾ, ਕਰੋਨਾ ਦਾ ਦੌਰ ਚੱਲ ਰਿਹਾ। ਕਰੋਨਾ ਦੇ ਦੌਰ 'ਚ ਵੈਸੇ ਹੀ ਪਾਬੰਦੀਆਂ ਇੰਨੀਆਂ ਲੱਗੀਆਂ ਹੋਈਆਂ ਕਿ ਬੰਦੇ ਇਕੱਠੇ ਨਹੀਂ ਹੋ ਸਕਦੇ, ਕੋਈ ਸਾਡਾ ਹਾਊਸ ਨਹੀਂ ਬਣਿਆ ਹੋਇਆ, ਕੋਈ ਸਾਡੀ ਹਜੇ ਕੋਈ ਮੀਟਿੰਗ ਦਾ ਹੈ ਨਹੀਂ ਉਪਰਾਲਾ। ਇਕੱਲੇ ਮਤਲਬ ਕਮਿਸ਼ਨਰ ਸਾਹਿਬ ਦਾ ਦਫ਼ਤਰ ਹੀ 2 ਕਰੋੜ ਦੀ ਚਾਹ ਪੀ ਗਿਆ। ਅਸੀਂ ਇਹ ਚਾਹੁੰਦੇ ਵੀ ਇਹਦੀ ਕੋਈ ਉੱਚ ਪੱਧਰੀ ਜਿਹੜੀ ਪੜਤਾਲ ਕੀਤੀ ਜਾਵੇ ਇਸ ਗੱਲ ਦੀ। ਇਹ ਕਦੋਂ ਤੋਂ ਕਦੋਂ ਤੱਕ ਹੋਇਆ ਜੀ? ਇਹ ਜਦੋਂ ਦਾ ਹਾਊਸ ਭੰਗ ਹੋਇਆ ਜੀ ਉਦੋਂ ਤੋਂ ਲੈ ਕੇ ਨਵੀਂ ਚੋਣ ਤੱਕ ਦਾ 2 ਕਰੋੜ ਦਾ ਖਰਚਾ ਜੀ। ਸਾਹਿਬ 2 ਗੱਲਾਂ ਹੋਰ ਨੂੰ ਲੈ ਕੇ, ਕਮੇਟੀ ਨੂੰ ਲੈ ਕੇ ਮੁੱਦਾ ਉੱਠ ਰਿਹਾ, ਕੀ ਕਹੋਗੇ, ਕਿਸ ਤਰ੍ਹਾਂ ਬਣਦੀ ਹੈ ਕਮੇਟੀ? ਦੇਖੋ, ਸਿੰਪਲ ਮੇਨ ਗੱਲ ਹੈ ਕਿ ਜਿਹੜੀ FNCC ਦੀ ਕਮੇਟੀ ਹੈ ਉਹ ਇੱਕ ਸਬ ਕਮੇਟੀ ਹੈ। ਜਿਹੜੀ ਮੇਨ ਕਮੇਟੀ ਹੈ ਉਹ ਹਾਊਸ ਹੈ। ਹਾਊਸ ਨੇ ਹੀ ਡਿਸਾਈਡ ਕਰਨਾ ਹੈ ਕਿ ਜਿਹੜੀ ਸਬ ਕਮੇਟੀਜ਼ ਦੇ ਕਿਹੜੇ ਮੈਂਬਰ ਹੋਣਗੇ, ਕਿਹੜੇ ਨਹੀਂ ਹੋਣਗੇ। ਉਹ ਡਿਵੀਜ਼ਨਲ ਕਮਿਸ਼ਨਰ ਜਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਡਿਸਾਈਡ ਨਹੀਂ ਕਰਨਾ ਜਾਂ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਨਹੀਂ ਹੋਣਾ। ਇਹ ਜਿਹੜਾ ਆਪਣਾ ਮਿਊਨਿਸਪਲ ਕਾਰਪੋਰੇਸ਼ਨ ਦਾ ਐਕਟ ਹੈ ਇਹਦੇ ਵਿੱਚ ਸਾਫ਼ ਇਹਲੀਆਂ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਸੈਕਸ਼ਨ ਜਿਹੜਾ 38 ਹੈ ਉਹਦੇ 'ਚ ਸਾਫ਼ ਲਿਖਿਆ ਕਿ ਜਿਹੜੀ ਚੋਣ ਹੋਣ ਤੋਂ ਬਾਅਦ ਜਿਹੜਾ ਸਹੁੰ ਚੱਕ ਸਮਾਗਮ ਹੈ ਉਹਦੇ ਵਿੱਚ ਜਿਹੜੀ ਸਹੁੰ ਚੁਕਾਈ ਜਾਣੀ ਹੈ ਉਹ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਹੀ ਚੁਕਾਈ ਜਾਣੀ ਹੈ। ਇਸ ਤੋਂ ਇਲਾਵਾ ਕੋਈ ਹੋਰ ਏਜੰਡਾ ਨਹੀਂ ਹੁੰਦਾ ਪਹਿਲੀ ਮੀਟਿੰਗ ਦਾ। ਉਸ ਤੋਂ ਬਾਅਦ ਜਿਹੜੀ ਦੂਸਰੀ ਮੀਟਿੰਗ ਹੁੰਦੀ ਹੈ ਉਹ ਪਹਿਲੀ ਮੀਟਿੰਗ ਦੀ ਪੁਸ਼ਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੂਸਰੀ ਮੀਟਿੰਗ ਦੇ ਜੋ ਕੋਈ ਇਹਨਾਂ ਨੇ ਏਜੰਡੇ ਰੱਖੇ ਹੁੰਦੇ ਆ ਉਹਨਾਂ ਨੂੰ ਪਾਸ ਕਰਨਾ ਹੁੰਦਾ। ਸੇਮ ਉਹੀ ਦੂਸਰੇ ਮੀਟਿੰਗ ਦੇ ਜਿਹੜੇ ਏਜੰਡੇ ਪਾਸ ਕੀਤੇ ਆ ਉਹ ਤੀਸਰੇ ਦੇ ਵਿੱਚ ਪੁਸ਼ਟੀ ਹੋ ਕੇ ਫਿਰ ਉਹ ਚੰਡੀਗੜ੍ਹੋਂ ਪਾਸ ਹੋ ਕੇ ਆਉਂਦੇ ਆ।
ਸੋ ਜਿਹੜਾ ਜਿਹੜੇ ਮੈਂਬਰਸ ਆ ਸਰ ਉਹਦੀ ਫਾਰਮੇਸ਼ਨ ਕਦੋਂ ਹੁੰਦੀ ਆ, ਕਦੋਂ ਬਣਦੇ ਆ ਉਹ? ਮੀਟਿੰਗ ਤੋਂ ਪਹਿਲੀ ਮੀਟਿੰਗ ਤੋਂ ਬਾਅਦ ਜਾਂ ਦੂਜੀ ਤੋਂ? ਨਹੀਂ, ਦੇਖੋ ਡਿਪੈਂਡ ਕਰਦਾ ਹੈ ਕਿ ਉਹ ਦੂਸਰੀ ਤੀਸਰੀ ਮੀਟਿੰਗ ਦੇ ਵਿੱਚ ਉਹ ਮਤਾ ਆਉਂਦਾ ਹੁੰਦਾ, ਦੂਸਰੀ ਮੀਟਿੰਗ ਦੇ ਵਿੱਚ ਵੀ ਆ ਸਕਦਾ, ਪਰ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਇਹਨਾਂ ਨੇ ਸਹੁੰ ਚੱਕ ਸਮਾਗਮ ਦੇ ਨਾਲ ਹੀ FNCC ਕਰਤਾ, ਉਹ ਟੋਟਲੀ ਇਲੀਗਲ ਹੈ, ਐਕਟ ਦੇ ਵਿਰੁੱਧ ਹੈ। ਮੋਗੇ ਤੋਂ ਪਹਿਲਾਂ ਹੁਸ਼ਿਆਰਪੁਰ ਕਾਰਪੋਰੇਸ਼ਨ ਦੇ ਵਿੱਚ ਵੀ ਸੇਮ ਇਹੀ ਪ੍ਰੋਸੈਸ ਅਪਣਾਇਆ ਗਿਆ ਸੀਗਾ। ਉਹਨਾਂ ਨੇ ਸੇਮ ਡੇ FNCC ਦੀ ਮੀਟਿੰਗ ਕਰਾਈ, ਉਸ ਨੂੰ ਜਦੋਂ ਅਧਿਕਾਰੀਆਂ ਦੇ ਉੱਥੇ ਧਿਆਨ ਵਿੱਚ ਲਿਆਂਦਾ ਗਿਆ, ਉਹਨਾਂ ਨੇ ਉਹਲੀ ਮੀਟਿੰਗ ਨੂੰ ਕੈਂਸਲ ਕਰਕੇ ਉੱਥੇ ਦੁਬਾਰਾ ਚੋਣ ਕਰਾਈ ਹੈ FNCC ਦੀ, ਤੇ ਉਸ ਨੂੰ ਸਹੀ ਤਰੀਕੇ ਨਾਲ ਵੈਲਿਡ ਕਰਾਇਆ। ਦੇਖੋ ਸਾਨੂੰ ਖਦਸ਼ਾ, ਅਸੀਂ ਇਸ ਨੂੰ ਕੋਈ ਵੀ ਪੋਲੀਟੀਕਲੀ ਗੇਮ ਨਹੀਂ ਬਣਾਉਣਾ ਚਾਹੁੰਦੇ, ਅਸੀਂ ਸਿਰਫ ਸ਼ਹਿਰ ਦੇ ਵਿਕਾਸ ਲਈ ਇੱਥੇ ਹੈਗੇ ਹਾਂ ਕਿ ਜੋ ਸ਼ਹਿਰ ਦੇ ਵਿਕਾਸ ਦਾ ਕੰਮ ਜੋ ਗਲਤ ਤਰੀਕੇ ਨਾਲ ਪਾਸ ਕਰ ਰਹੇ ਹੈ ਉਹ ਬਿਲਕੁਲ ਗਲਤ ਹੈ। ਸਭ ਤੋਂ ਪਹਿਲਾਂ ਹਲੇ ਤੱਕ ਤਾਂ ਮੇਅਰ ਸੀਨੀਅਰ ਡਿਪਟੀ ਮੇਅਰ ਦਾ ਹੀ ਨਹੀਂ ਹਲੇ ਮਤਲਬ ਪਿਛਲੀ ਮੀਟਿੰਗ ਦਾ ਪ੍ਰੋਸੀਡਿੰਗ ਪਾਸ ਹੋਈ ਹੈ, ਤੇ ਨਵੀਂ FNCC ਦੀ ਕਿਸ ਤਰੀਕੇ ਨਾਲ ਕਰ ਸਕਦੇ ਆ? ਪਰ ਸਰ ਅਜੇ ਤੱਕ ਕਿਸੇ ਅਧਿਕਾਰੀਆਂ ਨੇ ਇਸ ਤੇ ਕਿਉਂ ਨਹੀਂ ਐਕਸ਼ਨ ਲਿਆ? ਤੁਸੀਂ ਕੋਈ ਅਪਰੋਚ ਕੀਤੀ ਹੈ ਕਿਸੇ senior ਦੇਖੋ ਅਧਿਕਾਰੀ ਨੂੰ? ਮਸਲਾ ਇਹ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਜਦੋਂ ਇਹਨਾਂ ਦੇ ਮੇਨ ਪੋਲੀਟੀਕਲ ਜਿਹੜੇ ਆਕਾ ਹੈ ਉਹ ਆਪਸ ਵਿੱਚ ਲੜਨ 'ਚ ਇੰਨੇ ਜ਼ਿਆਦਾ ਮਸ਼ਹੂਰ ਹੋਏ ਆ ਜਾਂ ਮਜਬੂਰ ਹੋਏ ਆ ਕਿ ਜਿਹੜੀ ਆਮ ਜਨਤਾ ਹੈ, ਅੱਜ ਦੇਖੋ ਗਵਰਨਮੈਂਟ ਹਰ ਇੱਕ ਸੈਕਟਰ ਤੇ ਫੇਲ ਹੋ ਚੁੱਕੀ ਹੈ। ਅੱਜ ਜੇ ਸ਼ਹਿਰ ਦੇ ਵਿੱਚ ਲਾਈਟਾਂ ਦਾ ਹਾਲ ਦੇਖ ਲਈਏ, ਤੁਸੀਂ ਆਪ ਰਾਊਂਡ ਮਾਰ ਕੇ ਦੇਖੋ, ਸਾਰੇ ਸ਼ਹਿਰ ਦੀਆਂ ਲਾਈਟਾਂ ਬੰਦ ਹੈ। ਸੀਵਰੇਜ ਹੁਣ ਮੌਨਸੂਨ ਦਾ ਟਾਈਮ ਹੈ ਕਿ ਇਹੀ ਜਿਹੜਾ 2 ਕਰੋੜ ਇਹਨਾਂ ਨੇ ਖਰਚ ਕੀਤਾ ਸਿਰਫ ਚਾਹ ਪਾਣੀ ਠੰਡੇ ਤੇ, ਜੇ ਉਹੀ ਸੀਵਰੇਜ ਦੀ ਸਫਾਈ ਕਰਾਈ ਹੁੰਦੀ, ਅੱਜ ਜਿਹੜਾ ਬਰਸਾਤ ਦਾ ਪਾਣੀ ਜਿਹੜਾ ਸੜਕਾਂ 'ਚ ਖੜਾ ਹੋ ਰਿਹਾ ਉਹ ਨਾ ਖੜਾ ਹੁੰਦਾ। ਸੋ ਇਹ ਨਿੱਕੀਆਂ ਗੱਲਾਂ ਮੈਨੇਜਮੈਂਟ ਦੀਆਂ ਹੈਗੀਆਂ ਕਿ ਜੇ ਇਸ ਨੂੰ ਇਹ ਪ੍ਰੋਪਰ ਮੈਨੇਜਮੈਂਟ ਕਰਕੇ ਚੱਲਣਗੇ ਤੇ ਸ਼ਹਿਰ ਦੇ ਲੋਕਾਂ ਦਾ ਵਿਕਾਸ ਹੋਊਗਾ। ਮੈਂ ਦੁਬਾਰਾ ਤੋਂ ਇਹ ਗੱਲ ਦੁਹਰਾ ਰਿਹਾ ਕਿ ਜਿਹੜੀ ਇਹਨਾਂ ਨੇ FNCC ਕਮੇਟੀ ਬਣਾਈ ਹੈ ਇਹ ਟੋਟਲੀ ਇਲੀਗਲ ਹੈ। ਜਿਹੜੇ ਪ੍ਰਸਤਾਵ ਪਾਸ ਕਰਦੇ ਪਏ ਹੈ ਉਹ ਟੋਟਲੀ ਇਲੀਗਲ ਹੈ, ਕਿਉਂਕਿ ਹਲੇ ਤੱਕ ਉਹਨਾਂ ਨੂੰ ਹਾਊਸ ਨੇ ਪਾਸ ਨਹੀਂ ਕੀਤਾ। ਸੋ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਜੋ ਉੱਥੇ ਕੌਂਸਲਰ ਸਾਹਿਬਾਨ ਹੈਗੇ ਆ, ਉਹ ਵੀ ਜਿਹੜੀ ਹੁਣ ਪਹਿਲੀ ਹਾਊਸ ਦੀ ਮੀਟਿੰਗ ਜਦੋਂ ਵੀ ਹੁੰਦੀ ਹੈ ਉਹਦੇ ਵਿੱਚ ਇਹ ਪ੍ਰਸਤਾਵ ਅਸੀਂ ਲੈ ਕੇ ਆਵਾਂਗੇ। ਤੇ ਦੂਸਰਾ ਜਿਹੜਾ 2 ਕਰੋੜ ਦਾ ਜੋ ਕਮਿਸ਼ਨਰ ਵੱਲੋਂ ਘਪਲਾ ਕੀਤਾ ਗਿਆ ਉਹਦੀ ਵੀ ਅਸੀਂ ਉੱਤੇ ਉੱਚ ਪੱਧਰੀ ਮੰਗ ਕਰਦੇ ਹਾਂ। ਤੇ ਦੂਸਰਾ ਜੋ ਕਮਿਸ਼ਨਰ ਦੀ ਜਿਹੜੀ 25,000 ਰੁਪਏ ਦੀ ਹੁਣ ਤੱਕ ਦੀ ਵਿਡਰੋਲ ਦੀ ਪਾਵਰ ਹੈ, ਉਸ ਨੂੰ ਵੀ ਅਸੀਂ ਹਾਊਸ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਉਹ ਜਿੰਨੀ ਮਿਨੀਮਮ ਹੋ ਸਕਦੀ ਹੈ ਉਨੀ ਕੀਤੀ ਜਾ ਸਕੇ, ਤਾਂ ਕਿ ਜੋ ਸ਼ਹਿਰ ਦਾ ਲੋਕਾਂ ਦਾ ਖੂਨ ਪਸੀਨੇ ਦਾ ਪੈਸਾ ਹੈਗਾ ਉਹ ਸਿਰਫ ਚਾਹ ਠੰਡੇ ਸਮੋਸਿਆਂ ਤੇ ਨਾ ਉੱਡੇ। ਇਹ 2 ਕਰੋੜ ਰੁਪਏ ਦਾ ਪਤਾ ਕਿਵੇਂ ਲੱਗਾ ਜੀ? 2 ਕਰੋੜ ਰੁਪਏ ਖਰਚੇ ਦੇਖੋ ਆਪਣੇ ਮੋਗੇ RTI ਐਕਟੀਵਿਸਟ ਹੈਗੇ, ਮੈਂ ਨਾਮ ਤਾਂ ਨਹੀਂ ਲੈਣਾ, ਤੁਹਾਨੂੰ ਸਭ ਨੂੰ ਪਤਾ, ਉਹਨਾਂ ਵੱਲੋਂ ਇੱਕ RTI ਪਾਈ ਗਈ ਸੀਗੀ। ਉਹਲੀ RTI ਤੇ ਸੇਮ ਮੈਂ ਵੀ ਵਰਕਆਊਟ ਕਰ ਰਿਹਾ, ਮੈਂ ਵੀ ਇੱਕ RTI ਪਾਈ ਹੋਈ ਹੈ। ਤੇ ਉਹਦੇ ਵਿੱਚ ਜਦੋਂ ਜਿਹੜੇ ਉਹਦੇ ਰਿਜ਼ਲਟ ਆਏ ਉਹ ਬੜੇ ਹੀ ਹੈਰਾਨੀਜਨਕ ਸੀਗੇ ਕਿ ਜਿਹੜਾ 9 ਮਾਰਚ 2020 'ਚ ਪੁਰਾਣਾ ਹਾਊਸ ਡਿਸੋਲਵ ਹੋ ਗਿਆ ਸੀਗਾ, ਉਸ ਦਿਨ ਤੋਂ ਬਾਅਦ ਜਿਹੜਾ ਨਵਾਂ ਹਾਊਸ ਬਣਿਆ ਇਸ ਦਰਮਿਆਨ ਇਹਨਾਂ ਨੇ 2 ਕਰੋੜ ਰੁਪਇਆ ਚਾਹ ਪਾਣੀ ਤੇ ਕਨਫੈਕਸ਼ਨਰੀ ਉੱਤੇ ਖਰਚ ਕੀਤਾ। ਜਦ ਕਿ ਮੇਰੇ ਤੋਂ ਪਹਿਲਾਂ ਬਰਾੜ ਸਾਹਿਬ ਨੇ ਬੜਾ ਵਿਸਤਾਰ ਨਾਲ ਦੱਸਿਆ ਕਿ ਕੋਵਿਡ ਦਾ ਸਮਾਂ ਚੱਲ ਰਿਹਾ ਸੀਗਾ, ਸਰਕਾਰੀ ਦਫ਼ਤਰ ਬੰਦ ਸੀਗੇ, ਜਿਹੜੇ ਜਿੰਨੀ ਦੇਰ ਖੁੱਲ੍ਹੇ ਵੀ ਹੈ ਹੁਣ ਤੱਕ ਵੀ ਜੇ ਖੁੱਲ੍ਹੇ 50% ਉੱਥੇ ਅਲਾਊਡ ਹੈ। ਤੇ ਤੁਸੀਂ ਕਿਸ ਚੀਜ਼ ਦਾ ਇੰਨਾ ਖਰਚਾ ਪਾਸ ਕਰਕੇ ਕਾਹਤੋਂ ਨਹੀਂ ਨੇਰਗਰਦੀ ਉਡਾ ਰਹੇ ਹੋ ਕਿ ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਕਮਾਏ ਹੋਏ ਆ। ਟੈਕਸਸ ਅਸੀਂ ਬਹੁਤ ਔਖੇ ਹੋ ਕੇ ਜਮ੍ਹਾਂ ਕਰਾਏ ਹੈ, ਸੋ ਇਹਨੇ ਪੈਸੇ ਬਹੁਤ ਔਖੇ ਹੋ ਕੇ ਇਕੱਠੇ ਕੀਤੇ ਆ। ਸੋ ਜਦੋਂ ਇਹ ਉੱਡਦੇ ਆ ਦਿਲ ਦੁਖਦਾ ਕਿ ਕਿੱਥੇ ਇਹੀ ਸਾਰੇ ਪੈਸੇ ਸ਼ਹਿਰ ਦੇ ਵਿਕਾਸ ਲਈ ਲੱਗਣ ਤੇ ਸਾਨੂੰ ਵੀ ਖੁਸ਼ੀ ਹੋਊਗੀ। ਤੇ ਇੱਕ ਹੋਰ ਗੱਲ ਕਿ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇਹ ਕੇ ਲਈ ਹਵਾ ਬਣਾਈ ਜਾਣੀ ਹੈ ਜੀ, ਨਹੀਂ ਜੀ ਇਹ ਤਾਂ ਅਕਾਲੀ ਦਲ ਵਿਕਾਸ ਰੋਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵਿਕਾਸ ਜਿਹੜਾ ਹੈਗਾ ਪਿਛੋਕੜ ਬੋਲਦਾ ਕਿ ਜਿੰਨਾ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੇਲੇ ਹੋਇਆ, ਜਥੇਦਾਰ ਤੋਤਾ ਸਿੰਘ ਜੀ ਵੇਲੇ ਹੋਇਆ, ਬਰਜਿੰਦਰ ਸਿੰਘ ਬਰਾੜ ਮੱਖਣ ਜੀ ਵੇਲੇ ਹੋਇਆ, ਮੇਰੇ ਸਤਿਕਾਰਯੋਗ ਪਿਤਾ ਜੀ ਸ਼੍ਰੀ ਜੋਗਿੰਦਰਪਾਲ ਜੈਨ ਜੀ ਵੇਲੇ ਹੋਇਆ, ਮੇਰੇ ਹਾਊਸ ਵੇਲੇ ਹੋਇਆ, ਉਹ ਹੁਣ ਤੱਕ ਦਾ ਇੱਕ ਬਹੁਤ ਵੱਡਾ ਲੈਂਡਮਾਰਕ ਹੈ। ਉਸ ਚੀਜ਼ ਨੂੰ ਇਹ ਵਿੱਚ ਨਾ ਲੈ ਕੇ ਆਉਣ। ਅਸੀਂ ਸਿਰਫ ਸ਼ਹਿਰ ਦੇ ਵਿਕਾਸ ਲਈ ਇਕੱਠੇ ਹਾਂ। ਜਿੱਥੇ ਇਹ 15 ਕਾਉਂਸਲਰਸ ਨੂੰ ਜੇ ਬੋਲਣਗੇ ਕਿ ਹਾਂਜੀ ਸ਼ਹਿਰ ਦੇ ਵਿਕਾਸ ਲਈ ਅਸੀਂ ਇਕੱਠੇ ਹੋਣਾ, ਸਾਡੇ 15 ਦੇ 15 ਕਾਉਂਸਲਰ ਸਾਹਿਬਾਨ ਉਹਨਾਂ ਦੇ ਨਾਲ ਰਲ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨਗੇ। ਕੀਤੀ ਹੈ ਔਰ FNCC ਦੀ ਜਿਹੜੀ ਕਮੇਟੀ ਬਣੀ ਹੈ ਉਹ ਤੇ ਸਵਾਲ ਚੁੱਕਿਆ ਹੈ ਕਿ ਕਾਨੂੰਨੀ ਸਹੀ ਨਹੀਂ ਬਣੀ ਹੈ। ਸਰ ਮੈਂ ਇਹ ਚੀਜ਼ ਬੜੀ ਚੰਗੀ ਤਰ੍ਹਾਂ ਇਹ ਪਹਿਲਾਂ ਕਲੀਅਰ ਕਰਨਾ ਚਾਹੂੰਗੀ ਕਿ ਜਿਹੜੀ ਸਾਡੀ FNCC ਦੀ ਮੀਟਿੰਗ ਹੋਈ ਹੈ ਉਹ ਪੂਰੇ ਲੀਗਲੀ ਤਰੀਕੇ ਦੇ ਨਾਲ ਹੋਈ ਹੈ। ਅਸੀਂ ਇਹ ਚੀਜ਼ ਸਿੱਖੀ ਹੈ, ਅਸੀਂ ਆਪਣੀ ਇਹ ਸੀਟ ਤੇ ਆਏ, ਅਸੀਂ ਉਸੇ ਦਿਨ ਹੀ ਸੋਚ ਲਿਆ ਸੀ ਕਿ ਅਸੀਂ ਆਪਣੀ ਪ੍ਰੋਪਰ ਓਨੈਸਟੀ ਦੇ ਨਾਲ ਆਪਣੀ ਡਿਊਟੀਜ਼ ਨੂੰ ਨਿਭਾਵਾਂਗੇ, ਅਸੀਂ ਕੋਈ ਵੀ ਅਨਲੀਗਲੀ ਤਰੀਕੇ ਨਾਲ ਕੰਮ ਨਹੀਂ ਕਰਾਂਗੇ। ਜਿਹੜੀ ਹਾਂਜੀ ਉਹਨਾਂ ਦੇ ਨਾਲ ਅੱਜ 15 MC ਵੀ ਸੀਗੇ, ਉਹਨਾਂ ਦਾ ਕਹਿਣਾ ਕਿ ਹਾਊਸ ਦੀ ਮੀਟਿੰਗ ਨਹੀਂ ਹੋਈ, ਹਾਊਸ ਦੀ ਮੀਟਿੰਗ ਦੇ ਵਿੱਚ ਹੀ ਪਾਸ ਹੁੰਦਾ ਕਰਾਇਆ।
ਸਰ ਜਿਹੜੀ ਐਫਐਨਸੀਸੀ ਦੀ ਮੀਟਿੰਗ ਅਸੀਂ ਅਰੇਂਜ ਕੀਤੀ ਆ ਉਹ ਕਿਸ ਲਈ ਅਰੇਂਜ ਕੀਤੀ ਹੈ ਮੈਂ ਤੁਹਾਨੂੰ ਦੱਸਦੀ ਹਾਂ। ਇਹ ਸਾਡੇ ਸਾਰੇ ਕੰਮ ਪਹਿਲਾਂ ਪਾਸ ਹੋਏ ਸੀ, ਠੀਕ ਹੈ। ਉਹਨਾਂ ਦਾ ਜਿਹੜਾ ਟੈਂਡਰ ਹੈ ਉਹ ਲੱਗਿਆ ਹੋਇਆ ਸੀ ਆਲਰੇਡੀ, ਤੇ ਸਾਨੂੰ ਚੰਡੀਗੜ੍ਹ ਤੋਂ ਵੀ ਉਹਦੇ ਬਾਰੇ ਅਪਰੂਵਲ ਆਈ ਹੋਈ ਸੀ ਉਹਨਾਂ ਕੰਮਾਂ ਬਾਰੇ, ਪਰ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਬਿਡ ਓਪਨ ਕਰਨ ਲਈ ਸਾਨੂੰ ਐਫਐਨਸੀਸੀ ਦੀ ਮੀਟਿੰਗ ਅਰੇਂਜ ਕਰਨੀ ਬਹੁਤ ਹੀ ਜ਼ਰੂਰੀ ਸੀ, ਤਾਂ ਕਿ ਆਪਣੀ ਸਾਰੇ ਮੋਗੇ ਦੇ ਜਿਹੜੇ ਵੀ ਕੰਮ ਪੈਂਡਿੰਗ ਪਏ ਹੋਏ ਸੀ ਅਸੀਂ ਉਹਨਾਂ ਨੂੰ ਸ਼ੁਰੂ ਕਰ ਸਕੀਏ। ਇਸ ਕਰਕੇ ਅਸੀਂ ਇਹ ਮੀਟਿੰਗ ਨੂੰ ਅਰੇਂਜ ਕੀਤਾ। ਜਿਹੜੀ ਇਹ ਕਮੇਟੀ ਹੈ, ਕਮੇਟੀ ਦੇ ਸਵਾਲ ਉਠਾਏ ਜਾ ਰਹੇ ਕਿ ਲੱਗ ਰਿਹਾ ਕਿ ਇਹ ਲੀਗਲ ਨਹੀਂ ਹੈਗੀ। ਸਰ ਤੁਹਾਨੂੰ Opposite ਪਤਾ ਹੀ ਹੋਈ ਸੀ। ਆਪੋਜ਼ਿਟਸ ਵਾਲੇ ਕੁਝ ਵੀ ਕਰ ਰਹੇ ਆ, ਮੈਂ ਇਹ ਚੀਜ਼ ਨੂੰ ਗਲਤ ਕਹੂੰਗੀ ਕਿ ਇਹ ਗਲਤ ਹੈ। ਆਪਾਂ ਸਾਰਿਆਂ ਨੇ ਮੋਗੇ ਸ਼ਹਿਰ ਦਾ ਵਿਕਾਸ ਕਰਨਾ ਹੈ, ਆਪਾਂ ਇਸ ਚੀਜ਼ ਵੱਲ ਨਾ ਧਿਆਨ ਦਿੰਦੇ ਹੋਏ ਆਪਾਂ ਆਪਣੇ ਸ਼ਹਿਰ ਦੇ ਵਿਕਾਸ ਕਰਨ ਵੱਲ ਧਿਆਨ ਦੇਈਏ। ਇੱਕ ਇਹ ਕਹਿ ਰਹੇ ਆ ਕਿ ਵਿਕਾਸ ਹੋਣਾ ਚਾਹੀਦਾ ਸ਼ਹਿਰ ਦਾ, ਅਸੀਂ ਵੀ ਰੁਕਾਵਟ ਨਹੀਂ ਬਣਨਾ ਚਾਹੁੰਦੇ, ਲੇਕਿਨ ਲੀਗਲ ਜਿਹੜਾ ਅਡਾਪਟ ਕਰਨਾ ਚਾਹੀਦਾ। ਨਹੀਂ ਸਰ, ਅਸੀਂ ਇਹ ਪੂਰੀ ਲੀਗਲੀ ਤਰੀਕੇ ਦੇ ਨਾਲ ਅਰੇਂਜ ਕੀਤੀ ਹੈ। ਇਹ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਫਾਈਨੈਂਸ਼ੀਅਲ ਬਿਡ ਓਪਨ ਕਰਨ ਲਈ ਸਾਨੂੰ ਅਪਰੂਵਲ ਦੀ ਲੋੜ ਸੀ, ਉਹ ਅਪਰੂਵਲ ਸਿਰਫ ਐਫਐਨਸੀਸੀ ਦੀ ਮੀਟਿੰਗ ਹੀ ਸਾਨੂੰ ਦੇ ਸਕਦੀ ਹੈ। ਇਸ ਕਰਕੇ ਅਸੀਂ ਇਹ ਮੀਟਿੰਗ ਨੂੰ ਅਰੇਂਜ ਕੀਤਾ। ਇੱਕ ਮੈਂਬਰ ਦਾ ਇਹ ਕਹਿਣਾ ਹੈਗਾ ਕਿ ਪਿਛਲੇ ਦਿਨੀ ਲਾਕਡਾਊਨ ਲੱਗਿਆ ਰਿਹਾ ਹੈਗਾ ਔਰ ਸਟਾਫ ਦੀ ਜਿਹੜੀ ਐਂਟਰੈਂਸ ਸੀਗੀ ਉਹ 50% ਸੀਗੀ, ਫਿਰ ਵੀ ਜਿਹੜਾ ਹੈਗਾ ਇਹਨਾਂ ਨੇ ਕਰੀਬ ਜਿਹੜਾ ਹੈਗਾ 2 ਕਰੋੜ ਰੁਪਇਆ ਜਿਹੜਾ ਹੈਗਾ ਚਾਹ ਦਾ ਸਟੇਸ਼ਨਰੀ ਦਾ ਬਿੱਲ ਪਾਇਆ ਹੈਗਾ। ਕੀ ਉਹ ਜਾਇਜ਼ ਹੈ ਜੀ? ਸਰ ਐਕਚੁਅਲੀ ਅਸੀਂ ਹੁਣੀ ਜੁਆਇਨ ਕੀਤਾ ਹੈ, ਪਿਛਲੇ ਬਾਰੇ ਮੈਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਹੈਗਾ ਗਿਆ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਚਾਹੋ ਤਾਂ ਆਰਟੀਆਈ ਵੀ ਲੈ ਸਕਦੇ ਹੋ। ਨਾ ਹਾਊਸ ਦੀ ਮੀਟਿੰਗ ਕਿਉਂ ਨਹੀਂ ਹੋ ਰਹੀ? ਸਰ ਹਾਊਸ ਦੀ ਮੀਟਿੰਗ ਐਕਚੁਅਲੀ ਤੁਹਾਨੂੰ ਪਤਾ ਹੈ ਕਿ ਸਾਡੇ 50 ਵਾਰਡਸ ਹੈ, ਤੇ ਲਾਸਟ ਟਾਈਮ ਦੇ ਵਿੱਚ ਕਾਫੀ ਕੰਮ, ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਕੰਮ ਹੋਏ ਆ, ਇਸ ਕਰਕੇ ਕੰਮ ਹੀ ਇੰਨੇ ਜ਼ਿਆਦਾ ਸੀ ਤੇ ਸਾਨੂੰ ਉਹਨਾਂ ਕੰਮਾਂ ਦੀ ਲੋੜ ਸੀ, ਉਹਨਾਂ ਦੇ ਐਸਟੀਮੇਟ ਨੂੰ ਟਾਈਮ ਦੀ ਜ਼ਰੂਰਤ ਸੀ, ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਰਿਹਾ ਸਾਨੂੰ। ਬਟ ਆਲਮੋਸਟ ਸਾਡੇ ਸਭ ਕੁਝ ਰੈਡੀ ਹੋ ਗਿਆ ਹੋਇਆ, ਐਸਟੀਮੇਟਸ ਬਣ ਗਏ ਹੋਏ ਆ, ਫਾਈਲਸ ਵੀ ਆਲਮੋਸਟ ਰੈਡੀ ਹੈ। ਅਸੀਂ ਜਲਦੀ ਉਹਨਾਂ ਤੇ ਸਾਈਨ ਕਰਕੇ ਅਸੀਂ ਆਪਣਾ ਏਜੰਡਾ ਤਿਆਰ ਹੈ ਸਾਡਾ, ਤੇ ਅਸੀਂ ਉਹਨਾਂ ਨੂੰ 72 ਘੰਟੇ ਦਾ ਨੋਟ ਪਹਿਲਾਂ ਦੇਣ ਜਾ ਰਹੇ ਹਾਂ। ਮੈਡਮ ਪੈਂਡਿੰਗ ਕੰਮਾਂ ਦੀ ਜੇ ਗੱਲ ਕਰੀਏ ਤਾਂ ਪੈਂਡਿੰਗ ਕੰਮਾਂ ਦੇ ਵਿੱਚੋਂ ਹੁਣ ਕਿੰਨੇ % ਜਿਹੜੇ ਕੰਮ ਹੈਗੇ ਨੇ ਆਪਾਂ ਕੰਪਲੀਟ ਕਰ ਚੁੱਕੇ ਔਰ ਕਿੰਨੇ ਰਹਿ ਗਏ ਹੋਣਗੇ? ਸਰ ਹਜੇ 50% ਤਾਂ ਕੰਪਲੀਟ ਹੋ ਵੀ ਗਏ ਆ, ਬਟ ਹਜੇ 50% ਵੀ ਪਏ ਹੋਏ ਆ। ਉਹ ਸਾਡੇ ਡੇਲੀ ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ, ਸਾਡੇ ਆਲਮੋਸਟ ਸਾਰੇ ਵਾਰਡਸ ਦੇ ਵਿੱਚ ਕੁਝ ਨਾ ਕੁਝ ਕੰਮ ਚੱਲ ਰਿਹਾ।